चन्नी साहब थोड़ा जिहा जिहड़ी कमल किशोर यादव जी नूं खिला दो करी मीटिंग कर लेंगे बाद। चलो इस प्रेस कॉन्फ्रेंस के बाद 2 मिनट बात कर लेंगे। यादव जी नाल ਆਪਾਂ ਗੱਲ ਕਰ ਲਾਂਗੇ। ठीक है सर, डन है पक्का। ठीक है सर, अभी आप प्रेस कॉन्फ्रेंस कैरी ऑन करें, फिर उसके बाद करते हैं। ये लाइव कट रही है। हाँ जी, परम सत्कारयोग पत्रकार साहबान, ਤੁਹਾਡਾ ਸਵਾਗਤ ਹੈ ਸਾਰਿਆਂ ਦਾ। मैं लगातार ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਆਪਣੇ ਪੰਜਾਬ ਦੇ ਲੋਕਾਂ ਦੇ ਵਿੱਚ ਘੁੰਮ ਰਿਹਾ। ਜੋ ਮੈਨੂੰ ਫੀਡਬੈਕ ਮਿਲਦੀ ਹੈ, ਜੋ ਲੋਕ ਮੈਨੂੰ ਦੱਸਦੇ ਹੈ, ਜਿਸ ਤਰੀਕੇ ਦੀਆਂ ਮੁਸ਼ਕਲਾਂ ਲੋਕਾਂ ਦੇ ਸਾਹਮਣੇ ਆ ਰਹੀਆਂ ਉਹ ਮੈਨੂੰ ਪਤਾ ਲੱਗ ਰਹੀਆਂ ਤੇ ਮੈਂ ਇੱਕ ਇੱਕ ਮੁਸ਼ਕਿਲ ਦਾ ਹੱਲ ਕਰਨ ਲਈ ਵਚਨਬੱਧ ਹੈ ਤੇ ਕਰਨੀ ਹੈ। ਇਹਨਾਂ ਮੁਸ਼ਕਲਾਂ ਦੇ ਵਿੱਚ ਇੱਕ ਬਹੁਤ ਵੱਡੀ ਮੁਸ਼ਕਿਲ ਹੈ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੇ ਬਿੱਲਾਂ ਦੀ। ਸੋ ਅਸੀਂ ਉਸ ਦੇ ਵਿੱਚ ਕਾਫੀ ਰਾਹਤ ਦੇਣਾ ਚਾਹੁੰਦੇ ਹਾਂ, ਜਿਹੜੀਆਂ 1-2 ਕਿਸ਼ਤਾਂ ਦੇ ਵਿੱਚ ਅਸੀਂ ਵਾਰ-ਵਾਰ ਮੀਟਿੰਗ ਕਰਕੇ ਡਿਸਕਸ ਕਰਕੇ ਇਹ ਰਾਹਤਾਂ ਦੇਵਾਂਗੇ। ਸਭ ਤੋਂ ਵੱਡੀ ਜਿਹੜੀ ਸਮੱਸਿਆ ਮੈਂ ਪਿੰਡਾਂ ਦੇ ਸ਼ਹਿਰਾਂ ਦੇ ਵਿੱਚ ਜਾ ਕੇ ਦੇਖੀ ਹੈ ਉਹ ਇਹ ਹੈ ਕਿ ਬਹੁਤ ਸਾਰੇ ਲੋਕਾਂ ਦੇ ਬਿੱਲ ਜ਼ਿਆਦਾ ਆਉਣ ਕਰਕੇ ਉਹ ਜਮ੍ਹਾਂ ਨਹੀਂ ਕਰਾ ਪਾਏ ਤੇ ਉਹਨਾਂ ਦੇ ਮੀਟਰ ਕੱਟ ਗਏ। ਹੁਣ ਅੱਜ ਦੇ ਜ਼ਮਾਨੇ ਦੇ ਵਿੱਚ ਬਿਨਾਂ ਬਿਜਲੀ ਤੇ ਰਹਿ ਰਹੇ ਆ ਕੁਝ ਬੰਦੇ, ਜਿਹਨੇ ਮੇਰੇ ਦਿਲ ਨੂੰ ਬਹੁਤ ਟੁੰਬਿਆ। ਮੈਨੂੰ ਦੁੱਖ ਹੋਇਆ ਇਸ ਚੀਜ਼ ਦਾ ਕਿ ਬਿਜਲੀ ਦਾ ਮੀਟਰ ਕੱਟਿਆ ਹੋਇਆ ਹੈ ਤੇ ਉਹ ਲੋਕ ਬਿਨਾਂ ਬਿਜਲੀ ਤੋਂ ਰਹਿ ਰਹੇ। ਜੋ ਸਰਕਾਰੀ ਫਿਗਰ ਮੈਨੂੰ ਦਿੱਤੀ ਗਈ ਹੈ 55,000 ਤੋਂ 1 ਲੱਖ ਦੇ ਵਿੱਚ ਲੋਕਾਂ ਦੇ ਘਰਾਂ ਦੇ ਬਿਜਲੀ ਦੇ ਕਨੈਕਸ਼ਨ ਬਿਜਲੀ ਦਾ ਬਿੱਲ ਨਾ ਦੇਣ ਕਰਕੇ ਕੱਟੇ। ਸੋ ਉਹਦੇ ਵਾਸਤੇ ਅੱਜ ਅਸੀਂ ਆਪਣੀ ਕੈਬਨਿਟ ਦੇ ਵਿੱਚ ਵਿਸਤਾਰਪੂਰਵਕ ਵਿਚਾਰ ਕੀਤਾ ਹੈ। 2 ਕਿਲੋਵਾਟ ਤੱਕ ਜਿਹੜਾ ਕੰਜ਼ਿਊਮਰ ਹੈ ਉਹ 53 ਲੱਖ ਹੈ ਪੰਜਾਬ ਦੇ ਵਿੱਚ। ਟੋਟਲ 72 ਲੱਖ ਕੰਜ਼ਿਊਮਰ ਹੈ। ਸੋ ਲਗਭਗ 75-80% ਕੰਜ਼ਿਊਮਰ ਹੈ ਜਿਹੜਾ ਉਹ 2 ਕਿਲੋਵਾਟ ਦੇ ਵਿੱਚ ਆ ਜਾਂਦਾ ਹੈ। ਤੇ ਮੈਂ ਜੋ ਸਰਵੇ ਕਰਾਇਆ, ਜੋ ਮੈਂ ਦੇਖਿਆ, ਇਹ ਜਿਹੜੇ 2 ਕਿਲੋਵਾਟ ਤੱਕ ਦਾ ਕੰਜ਼ਿਊਮਰ ਹੈ ਇਹ ਜ਼ਿਆਦਾ ਡਿਫਾਲਟਰ ਹੈ, ਇਸ ਤੋਂ ਬਿੱਲ ਨਹੀਂ ਦੇ ਪਾ ਰਹੇ, ਇਹਨਾਂ ਦੇ ਕਨੈਕਸ਼ਨ ਕੱਟੇ ਗਏ। ਸੋ ਅੱਜ ਅਸੀਂ ਫੈਸਲਾ ਕੀਤਾ ਹੈ ਕਿ 2 ਕਿਲੋਵਾਟ ਦੇ ਕੰਜ਼ਿਊਮਰ ਦੇ 2 ਕਿਲੋਵਾਟ ਦੇ ਤੱਕ ਦੇ, ਚਾਹੇ ਉਹਦਾ 1 ਕਿਲੋਵਾਟ ਲੋਡ ਹੈ, ਚਾਹੇ ਉਹਦਾ 500 ਵਾਟ ਲੋਡ ਹੈ, ਚਾਹੇ 1.5 ਕਿਲੋਵਾਟ ਲੋਡ ਹੈ, 2 ਕਿਲੋਵਾਟ ਤੱਕ ਦੇ ਕੰਜ਼ਿਊਮਰ ਜਿੰਨੇ ਹੈਗੇ ਆ ਪੰਜਾਬ ਦੇ ਵਿੱਚ, ਜਿਹੜੇ ਕਿ ਲਗਭਗ 80% ਹੈ ਜਾਂ 75% ਹੈ ਟੋਟਲ ਆਬਾਦੀ ਦੇ, ਉਹਨਾਂ ਦਾ ਪਿਛਲਾ ਜਿਹੜਾ ਬਿੱਲ ਆਇਆ ਹੈ, ਜਿਹੜਾ ਪਿਛਲਾ ਬਿੱਲ ਆਇਆ ਉਹਨਾਂ ਦਾ, ਉਹਦੇ ਵਿੱਚ ਇੱਕ ਤਾਂ ਪਿਛਲੇ ਮਹੀਨੇ ਦਾ ਬਿੱਲ ਲਿਖਿਆ ਹੋਇਆ, ਇੱਕ ਬਕਾਏ ਲਿਖੇ ਹੋਏ ਆ ਵੀ ਤੁਸੀਂ ਇੰਨੇ ਦੇ ਡਿਫਾਲਟਰ ਹੋ। ਉਹ ਬਕਾਇਆ ਸਾਰਾ ਉਹਨਾਂ ਲੋਕਾਂ ਦਾ ਅਸੀਂ ਭਰਾਂਗੇ। ਅਸੀਂ ਸਰਕਾਰ ਨੇ ਫੈਸਲਾ ਕਰ ਲਿਆ, ਸਰਕਾਰ ਉਹਨਾਂ ਦਾ ਭਰੇਗੀ। ਤੇ ਨਾਲ ਜਿਨ੍ਹਾਂ ਦੇ ਬਿਜਲੀ ਦੇ ਕਨੈਕਸ਼ਨ ਇਸ ਕਰਕੇ ਕੱਟੇ ਗਏ ਕਿ ਜੀ ਉਹ ਡਿਫਾਲਟਰ ਸੀਗੇ, ਉਹਨਾਂ ਦੇ ਪੈਸੇ ਨਹੀਂ ਜਮ੍ਹਾਂ ਕਰਾ ਹੋਏ, ਉਹਨਾਂ ਦੇ ਬਿਜਲੀ ਦੇ ਕਨੈਕਸ਼ਨ ਦੁਬਾਰੇ ਲਗਾ ਦਿੱਤੇ ਜਾਣਗੇ ਬਿਨਾਂ ਕੋਈ ਪੈਸਾ ਦੇ। 1500 ਰੁਪਇਆ ਫੀਸ ਹੈ ਦੁਬਾਰੇ ਕਨੈਕਸ਼ਨ ਲਵਾਉਣ ਦੀ, ਉਹ ਵੀ ਉਹਨਾਂ ਦੀ ਅਸੀਂ ਭਰਾਂਗੇ, ਉਹਨਾਂ ਨੂੰ ਕੋਈ ਭਰਨ ਦੀ ਲੋੜ ਨਹੀਂ। ਸੋ ਮੈਂ ਫੇਰ ਕਹਿਣਾ, ਪੰਜਾਬ ਦੇ ਵਿੱਚ 53 ਲੱਖ ਕੰਜ਼ਿਊਮਰ, 53 ਲੱਖ ਪਰਿਵਾਰ ਜਿਨ੍ਹਾਂ ਦੇ ਬਕਾਏ ਖੜੇ, ਜਿਹੜੇ ਬਿਜਲੀ ਦੇ ਬਕਾਏ ਨਹੀਂ ਭਰ ਪਾ ਰਹੇ ਪਿਛਲੇ ਬਿੱਲ ਤੱਕ, ਜਿਹੜਾ ਉਹਨਾਂ ਦਾ ਹੁਣ ਇਸ ਤੋਂ ਪਹਿਲਾਂ ਆਇਆ ਜਦੋਂ ਸਾਡੀ ਸਰਕਾਰ ਇਸ ਨੇ ਹੱਲ ਲਿਆ, ਉਦੋਂ ਤੱਕ ਜਿਹੜੇ ਉਹਨਾਂ ਦੇ ਬਿੱਲ ਆਏ ਹੋਏ ਹੈ, ਉਹਨਾਂ ਦੇ ਵਿੱਚ ਜਿੰਨੇ ਬਕਾਏ ਖੜੇ ਹੈ ਉਹ ਪੰਜਾਬ ਸਰਕਾਰ ਉਹਨਾਂ ਦੇ ਭਰੇਗੀ। ਉਹਨਾਂ ਨੂੰ ਭਰਨ ਦੀ ਲੋੜ ਨਹੀਂ ਹੈ ਕਿਉਂਕਿ ਉਹ ਭਰ ਨਹੀਂ ਪਾ ਰਹੇ, ਕਿਉਂਕਿ ਬਕਾਇਆ ਤਾਂ ਖੜਦਾ ਜੇ ਉਹਦੇ ਸਮਰੱਥਾ ਨਹੀਂ ਹੈ। ਅਸੀਂ ਇਹੀ ਮਾਪਦੰਡ ਰੱਖਿਆ ਹੈ ਕਿ ਬਕਾਇਆ ਤਾਂ ਖੜਾ ਹੈ ਜੇ ਸਮਰੱਥਾ ਨਹੀਂ ਹੈ। ਜਿਹਦੇ ਚ ਬਿੱਲ ਭਰਨ ਦੀ ਸਮਰੱਥਾ ਨਹੀਂ ਹੈ ਉਹਦੇ ਵਾਸਤੇ ਪੰਜਾਬ ਸਰਕਾਰ ਹੈ, ਉਹਦੇ ਵਾਸਤੇ ਮੈਂ, ਉਹਦੇ ਵਾਸਤੇ ਅਸੀਂ ਸਾਰੇ ਜਣੇ ਖੜੇ ਹਾਂ ਤੇ ਉਹਦੇ ਸਾਰੇ ਬਿੱਲ ਅਸੀਂ ਅੱਜ
पंजाब सरकार ने भरने हैं, उन्होंने अपने बिल माफ हो गए हैं। 55,000 है का 55 लाख है 55 ਲੱਖ ਪਰਿਵਾਰ ਹੈ 53 ਲੱਖ ਜਿਨ੍ਹਾਂ ਦੇ 2 ਕਿਲੋਵਾਟ ਤੱਕ ਦਾ ਲੋਡ ਹੈ ਸਾਡੇ ਸਰਕਾਰੀ ਫਿਗਰਾਂ ਦੇ ਅਨੁਸਾਰ। डिफॉल्टिंग कितने है? ਡਿਫਾਲਟਰ ਉਹਨਾਂ ਦੇ ਜਿੱਦਾਂ ਕੋਈ ਵੀ ਡਿਫਾਲਟਰ ਹੈ ਜੇ 1 ਰੁਪਏ ਦਾ ਚਾਹੇ ਉਹ 5,000 ਦਾ ਚਾਹੇ 50,000 ਦਾ। ਮੈਂ ਦੇਖਿਆ ਕਈ ਤਾਂ 70,000 ਦੇ 1 ਲੱਖ ਦੇ 2 ਲੱਖ ਦੇ ਬਿੱਲ ਚੱਕੀ ਫਿਰਦੇ ਕਿੱਥੇ ਦੇ ਭਰੇਗਾ ਗਰੀਬ ਆਦਮੀ? ਅਪਰੋਕਸੀਮੇਟਲੀ ਕਿੰਨਾ ਲੋਡ ਪਏਗਾ ਜੀ? ਇਹ ਲੋਡ ਅਪਰੋਕਸੀਮੇਟਲੀ 1200 ਕਰੋੜ ਰੁਪਏ ਦੇ ਲਗਭਗ ਪੰਜਾਬ ਸਰਕਾਰ ਨੂੰ ਪੈਣਾ। ਅਜੇ ਇਸ ਤੋਂ ਜ਼ਿਆਦਾ ਹੋ ਸਕਦਾ ਹੈ। ਇਹ ਅਜੇ ਕਦੋਂ ਤੋਂ ਹੋਏਗਾ? 5 ਸਾਲ ਤੋਂ ਡਿਫਾਲਟਰ ਹੈ, 3 ਸਾਲ ਤੋਂ? ਮੈਂ ਕਹਿੰਦਾ ਜੀ ਚਾਹੇ ਉਹ ਸਾਰੀ ਉਮਰ ਦਾ ਡਿਫਾਲਟਰ ਹੈ, ਕਿਸੇ ਨੇ ਚਾਹੇ 50 ਸਾਲ ਦੇ ਪੈਸੇ ਜਮ੍ਹਾਂ ਕਰਾਏ, ਚਾਹੇ 10 ਸਾਲ ਦੇ ਨਹੀਂ ਕਰਾਏ, ਚਾਹੇ 14 ਸਾਲ ਦੇ ਨਹੀਂ ਕਰਾਏ, ਚਾਹੇ 1 ਸਾਲ ਦੇ ਨਹੀਂ ਕਰਾਏ, ਚਾਹੇ 1 ਮਹੀਨੇ ਦੇ ਨਹੀਂ ਕਰਾਏ। ਜਿਹੜਾ ਪਿਛਲਾ ਬਿੱਲ ਆਇਆ ਕਿਸੇ ਦਾ ਉਹਦੇ ਜਿਹੜਾ ਬਕਾਇਆ ਲੱਗ ਕੇ ਆਇਆ ਉਹ ਸਾਰਾ ਮਾਫ। ਵੈਸੇ ਕਿੰਨੇ ਕੁ ਸਾਲ ਪੁਰਾਣਾ ਜੀ? ਐਵਰੇਜ ਕਿੰਨੇ ਕੁ ਸਾਲ ਪੁਰਾਣਾ ਹੈ? ਸਾਰੇ ਮੈਂ ਤਾਂ ਫੇਰ ਕਹਿ ਰਿਹਾ ਤੁਹਾਡੇ ਪਾਸ ਬਕਾਇਆ ਤੁਹਾਡਾ ਜੇ 14 ਸਾਲ ਦਾ ਵੀ ਆ ਰਿਹਾ ਤੁਹਾਡੇ ਬਿੱਲ ਵਿੱਚ ਆ ਗਿਆ ਨਾ, ਉਹ ਅੱਜ ਤੁਹਾਡੇ ਬਿੱਲ 'ਚ ਖੜਾ ਹੈ। ਉਹ ਜਿਹੜਾ ਤੁਹਾਡਾ ਬਕਾਇਆ ਖੜਾ ਹੈ ਉਹ ਅਸੀਂ ਉਹਨੂੰ ਦੇ ਰਹੇ। ਬਿਜਲੀ ਬੋਰਡ ਨੂੰ ਪੰਜਾਬ ਸਰਕਾਰ ਦੇਗੀ, ਦੇਣਾ ਤਾਂ ਪਏਗਾ ਸਾਨੂੰ, ਮਾਫ ਨਹੀਂ ਹੋਣਾ। ਪੰਜਾਬ ਸਰਕਾਰ ਆਏਗੀ ਅੱਗੇ ਨੂੰ, ਜੇ ਉਹਦੇ ਬਿੱਲ ਆਏਗਾ ਤਾਂ ਉਹਦੇ ਵਿੱਚ ਲਿਖਿਆ ਹੋਏਗਾ ਕਿ ਇੰਨਾ ਬਕਾਇਆ ਹੈ ਜਿਹੜਾ ਕਿ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਏਗਾ, ਕੰਜ਼ਿਊਮਰ ਨੂੰ ਨਹੀਂ ਦੇਣ ਦੀ ਲੋੜ। नेक्स्ट मंथ तो है चन्नी साहब, नेक्स्ट आज महीने तो हो गया जो सितंबर है, अक्तूबर है, एक कद तो होगा अपना शुरू? मैं फिर दस रहा जी, हर किसी का बिल किसी ना किसी दिन आया, चाहे 15 दिन पहला आया, चाहे 1 महीना पहला आया, चाहे कल आया, 4 बिल आया पिछला। ऐसी पिछला बकाया देखना जेडे इस महीने का अगला उन्होंने पैसा आएगा उन्होंने देना है, उन्होंने अगे नु बिल जारी देने हैं। लेकिन जो पुराना बकाया खड़ा है जिहड़ा कि जिहदे करके लोग परेशान है, बिल नहीं दे पा रहे, उन्होंने कनैक्शन कट गए है। मेरे हल्के दे विच कंदोला टप्परियां पिंड है, मैनू क्यों चीज किस तरह मैं लोगों को मिलिया, उन्होंने मैनू क्या क्या दसे। कंदोला टप्परियां पिंड है, वो एक बीबी है, ਉਹਦਾ ਇੱਕ ਮੁੰਡਾ ਹੈ। ਮੇਰੇ ਪਾਸ ਉਹਨਾਂ ਨੇ 25 ਚੱਕਰ ਲਾ ਲਏ ਪਿਛਲੇ 2 ਮਹੀਨੇ, ਅਜੇ ਮੈਂ ਮੁੱਖ ਮੰਤਰੀ ਨਹੀਂ ਬਣਿਆ। ਉਹ ਮੇਰੇ ਪਾਸ ਰੋਣੇ ਲੱਗ ਗਏ ਕਿ 70,000 ਰੁਪਇਆ ਬਿੱਲ ਮੈਂ ਕਿੱਥੇ ਦੇ ਦੇਵਾਂ, ਗਰੀਬ ਜਨਾਨੀ ਹੈ, ਵਿਧਵਾ ਹੈ, ਮੈਂ ਨਹੀਂ ਭਰ ਸਕਦੀ, ਮੇਰਾ ਬਕਾਇਆ ਆ ਰਿਹਾ। ਸੀਐਮ ਸਾਹਿਬ ਇਹਦਾ ਮੈਕੈਨਿਜ਼ਮ ਕੀ ਹੋਏਗਾ? ਮੈਕੈਨਿਜ਼ਮ ਕਿਵੇਂ ਐਡਜਸਟ ਹੋਣਗੇ? ਆਫੀਸਰਸ ਨੂੰ ਕਿਵੇਂ ਤੁਸੀਂ ਜਿਹੜੇ ਐਸੇ ਇੱਕ ਹਰ ਬਲਾਕ ਤਹਿਸੀਲ ਲੈਵਲ ਤੇ ਕਮੇਟੀ ਬਣਾ ਰਹੇ ਜਿਹਦੇ ਵਿੱਚ ਇੱਕ ਅਫਸਰ, ਇੱਕ ਸਰਕਾਰੀ ਨੁਮਾਇੰਦਾ, ਪ੍ਰਾਈਵੇਟ ਰਿਪਰੈਜ਼ੈਂਟੇਟਿਵ ਚੋਂ ਤੇ ਇੱਕ ਉਹਨਾਂ ਦੇ ਨਾਲ ਬਿਜਲੀ ਬੋਰਡ ਦਾ ਐਸਟੀਓ ਜਾਂ ਜੇਈ ਜਾਂ ਉਹ ਆਪਣਾ ਨੁਮਾਇੰਦਾ ਲਗਾਵੇ। ਉਹਨਾਂ ਨੂੰ ਇਹ ਸਾਰੀਆਂ ਐਪਲੀਕੇਸ਼ਨਾਂ ਦਿੱਤੀਆਂ ਜਾਣਗੀਆਂ। ਉਹ ਇਹ ਦੇਖਣਗੇ ਕਿ 2 ਕਿਲੋਵਾਟ ਤੱਕ ਦਾ ਲੋਡ ਹੈ, ਇਹਦਾ ਬਣਦਾ ਦੇਣਾ ਉਸੇ ਟਾਈਮ ਬੇ ਹੋ ਜਾਣਗੇ ਜਦੋਂ ਦਰਖਾਸਤ ਆ ਗਈ। ਦਰਖਾਸਤ ਦੇ ਫਾਰਮ ਵੀ ਅਸੀਂ ਭੇਜਾਂਗੇ, ਕਿਸੇ ਦੇ ਕੋਈ ਲੋਡ ਨਹੀਂ, ਮਦਦ ਕਰਨਗੇ, ਪੰਚਾਇਤਾਂ ਮਦਦ ਕਰਨਗੀਆਂ। ਹਰ ਕਿਸੇ ਨੂੰ ਜਿਹਦਾ 2 ਕਿਲੋਵਾਟ ਦਾ ਲੋਡ ਹੈ ਉਸ ਤੋਂ ਇਹ ਵੇਵ ਕਰਨ ਵਾਸਤੇ ਫਾਰਮ ਭਰਵਾਉਣਗੇ। ਸਾਡੀ ਕਮੇਟੀ ਦੇਖ ਕੇ ਉਹਨੂੰ ਲਾਸਟ ਡੇਟ ਪਾਸ ਕਰ ਦਿੱਤਾ ਜਾਊਗਾ ਜਿਹੜਾ ਕੋਈ ਲਾਸਟ ਡੇਟ ਜਦ ਮੈਂ ਕਹਿਤਾ ਲਾਸਟ ਡੇਟ ਅੱਜ ਤੋਂ ਸ਼ੁਰੂ ਹੋ ਗਿਆ, ਜਿਹਦਾ ਅੱਜ ਤੱਕ ਬਿੱਲ ਆਇਆ ਹੋਇਆ ਹੈ ਉਹਦੇ ਜਿੰਨਾ ਬਕਾਇਆ ਖੜਾ ਹੋਗਾ। सीएम साहब इस चीज बकाये की का मतलब फिर समझ लो कि रेगुलर बिल नहीं, जे इस महीने का आया वो बिल नहीं जो बकाया खड़ा है। सीएम साहब अगर आगे लोग बिल भरना बंद कर देंगे इन फ्यूचर, 2 ਮਹੀਨੇ ਬਾਅਦ ਫਿਰ ਉਹੀ 50,000 ਬਿੱਲ ਆ ਗਏ, ਇਹ ਜਾਣਨ ਦੀ ਇਹਦੇ ਬਾਰੇ ਅਗਲੀ ਜਿਹੜੀ ਤੁਸੀਂ ਗੱਲ ਪੁੱਛ ਰਹੇ ਹੋ, ਮੈਂ ਅਗਲੀ ਪ੍ਰੈਸ ਕਾਨਫਰੰਸ ਦੱਸਾਂਗਾ 2 ਜਾਂ 3 ਦਿਨਾਂ ਦੇ ਬਾਅਦ ਕਿ ਕਿਸ ਤਰ੍ਹਾਂ ਐਸੀ ਆਮ ਬੰਦੇ ਦਾ ਜਿਹੜਾ ਬਿੱਲ ਹੈ ਉਹਨੂੰ ਕੰਟਰੋਲ ਕਰ ਰਹੇ ਹੈ ਤਾਂ ਕਿ ਉਹ ਉਸ ਨੂੰ ਵੀ ਜਮ੍ਹਾਂ ਕਰਾਉਣ 'ਚ ਦਿੱਕਤ ਨਾ ਆਵੇ, ਉਹਨੂੰ ਇੰਨਾ ਪੈਸਾ ਪਵੇ ਕਿ ਉਹ ਚੰਗਾ ਨਿਰਵਾਹ ਕਰ ਸਕੇ। आगे कितना चेक करोगे भी इकोनॉमिकली बंदा पुअर है कि वैसे ही नहीं पे कर रहे, कि ये भी बड़ा बड़ा इशू होता देखो है। एक सब तो बड़ा चेक ये है कि 2 किलोवाट इकोनॉमिकली पूरे ਦਿੰਦੇ कि किसी ने मोटर ते लाया भी ਕੋਈ ਮਿਡਲ ਕਲਾਸ ਦੇ ਜਿਹੜੇ ਲੋਕ ਹੈ ਇਹੀ ਥੋੜੀ ਬਿਜਲੀ ਯੂਜ਼ ਕਰ ਸਕਦੇ ਆ। ਜਿਹੜੇ ਅਮੀਰ ਆਦਮੀ ਉਹਨਾਂ ਦੇ ਤਾਂ 5-5 ਏਸੀ ਲੱਗੇ ਹੋਏ, ਉਹ ਨਹੀਂ ਅਸੀਂ ਕਰ ਰਹੇ ਚੈੱਕ। 2 ਕਿਲੋਵਾਟ ਜਿਹਦਾ ਲੋਡ ਹੈ, 2 ਕਿਲੋਵਾਟ 'ਚ ਕਾਫੀ ਕੁਝ ਆ ਜਾਂਦਾ, ਪੱਖੇ ਆ ਜਾਂਦੇ, ਕੂਲਰ ਆ ਜਾਂਦਾ, ਫ੍ਰਿਜ ਆ ਜਾਂਦਾ, ਟੀਵੀ ਆ ਜਾਂਦਾ ਤੇ ਕਈ ਬੱਲਬ ਆ ਜਾਂਦੇ ਆ।
ਤਾਂ ਇਸ ਕਰਕੇ ਸਫੀਸ਼ੀਐਂਟ ਇਹ ਹੋਏਗਾ। ਚੰਨੀ ਸਾਹਿਬ ਆਪਣੀ ਜਿਹੜੀ ਤੁਸੀਂ ਸਰਕਾਰੀ ਲੈਵਲ ਤੇ ਜਿਹੜੇ ਰੈਗੂਲਰ ਅੱਗੇ ਨੂੰ ਬਿੱਲ ਦੇਣਾ ਪੈਣਾ ਹੈ, ਲੇਕਿਨ ਉਹ ਬਿੱਲ ਦੇ ਵਿੱਚ ਵੀ ਅਸੀਂ ਆਉਣ ਵਾਲੇ ਦਿਨਾਂ 'ਚ ਬੜੀ ਛੇਤੀ ਮੀਟਿੰਗ ਕਰਕੇ ਕੁਝ ਐਸਾ ਇੱਕ ਸੀਐਮ ਸਾਹਿਬ ਦੱਸਣਾ, ਤੁਸੀਂ ਇਸ ਤੋਂ ਪਹਿਲਾਂ ਇੱਕ ਫੈਸਲਾ ਜਿਹੜੀ ਪਹਿਲੀ ਕੈਬਨਿਟ ਸੀ ਹੋਈ ਸੀ ਉਹ 'ਚ ਕੀਤਾ ਸੀਗਾ ਕਿ ਜਿਵੇਂ ਤੁਸੀਂ ਬਿਜਲੀ ਦੇ ਬਿੱਲਾਂ ਦੀ ਗੱਲ ਕੀਤੀ ਸੀ ਕਿ ਵੀ ਟਰਾਲੀਆਂ ਜਿਹੜੀਆਂ ਉਹ ਆਪਣੀ ਰੇਤਾ ਦੀ ਭਾਰ ਸਕੇ ਆਪਣੇ ਖੇਤਾਂ ਦੇ ਵਿੱਚੋਂ, ਤਾਂ ਕਿ ਜਿਹੜੀ ਠੇਕੇਦਾਰ ਸਿਸਟਮ ਹੈ ਜਾਂ ਉਹ ਮਾਫੀਆ ਖਤਮ ਹੋ ਸਕੇ। ਉਹ ਵੀ ਤੁਸੀਂ ਆਪਣਾ ਗਰੀਬ ਪਰਿਵਾਰ ਨੂੰ ਵੇਖਦੇ ਫੈਸਲਾ ਕੀਤਾ ਸੀਗਾ, ਉਹ ਵੀ ਕਦ ਤੱਕ ਸ਼ੁਰੂ ਹੋਏਗਾ? ਕਿਉਂਕਿ ਬਿਜਲੀ ਦਾ ਬੜੀ ਛੇਤੀ ਅਸੀਂ ਰੇਤ ਮਾਫੀਆ ਦਾ ਬਿਲਕੁਲ ਖਾਤਮਾ ਕਰ ਦਾਂਗੇ, ਬੜੀ ਛੇਤੀ। ਚਾਹੇ ਉਹਨੂੰ ਹਫਤਾ ਕਹਿ ਲਓ, ਚਾਹੇ ਬਸ ਅਸੀਂ ਦੇਖੋ ਦਿਨ ਰਾਤ ਮਿਹਨਤ ਵਿੱਚ ਲੱਗੇ ਹੋਏ ਹੈ ਕਿਸ ਤਰੀਕੇ ਦੇ ਨਾਲ ਸਿਸਟਮ ਨੂੰ ਸੁਧਾਰਿਆ ਜਾਵੇ। ਇੱਕ ਪੁਰਾਣਾ ਨੈਕਸਸ ਹੈ, ਉਹਨੂੰ ਤੋੜਨਾ ਹੈ, ਔਰ ਅਸੀਂ ਉਹਨੂੰ ਤੋੜਨ 'ਚ ਕਾਮਯਾਬ ਹੋ ਰਹੇ ਹਾਂ। ਬੜੀ ਛੇਤੀ ਤੁਸੀਂ ਦੇਖੋਗੇ ਕਿ ਰੇਤ ਮਾਫੀਆ ਖਤਮ ਹੋ ਜਾਣਾ। ਮੈਂ ਨਵੀਂ ਪਾਲਿਸੀ ਲੈ ਕੇ ਆ ਰਿਹਾ, ਉਹਦੀ ਮੇਰੀ ਤਿਆਰੀ ਚੱਲ ਰਹੀ ਹੈ। ਇਹ ਸਾਰੇ ਮਸਲੇ ਹੱਲ ਹੋ ਜਾਣਗੇ, ਤੁਸੀਂ ਵਿਸ਼ਵਾਸ ਰੱਖੋ। ਸਿੱਧੂ ਸਾਹਿਬ ਜਿਹੜਾ ਬਿਜਲੀ ਵਿਭਾਗ ਦੀ ਗੱਲ ਹੈ, ਇੱਕ ਮਿੰਟ, ਬਰਾਬਰ। ਜਿਹੜਾ ਬਿਜਲੀ ਡਿਪਾਰਟਮੈਂਟ ਨੂੰ ਲੈ ਕੇ ਆ, ਇੱਕ ਬਿਜਲੀ ਮਹਿਕਮਾ ਐਸਾ ਹੈ ਉਹਦੇ ਚ ਬਿੱਲ ਜਿਹੜੇ ਵੱਧ ਆਉਂਦੇ ਆ ਉਹਨੂੰ ਲੈ ਕੇ ਸ਼ਿਕਾਇਤਾਂ ਆਉਂਦੀਆਂ, ਔਰ ਇਹ ਇੱਕ ਐਸਾ ਮਹਿਕਮਾ ਜਿੱਥੇ ਜਾ ਕੇ ਸਭ ਦੇ ਹੱਥ ਖੜੇ ਹੋ ਜਾਂਦੇ ਵੀ ਉੱਥੇ ਕੋਈ ਸੁਣਵਾਈ ਨਹੀਂ, ਵੱਧ ਆ ਗਿਆ ਤਾਂ ਆ ਗਿਆ। ਕੀ ਉਹ ਸਿਸਟਮ 'ਚ ਕਮੀ ਕਿੱਥੇ ਹੈ? ਉਹ ਸਿਸਟਮ ਅੱਗੇ ਤੋਂ ਠੀਕ ਹੋਵੇਗਾ, ਕਿਉਂਕਿ ਤੁਸੀਂ ਵੀ ਇਦਾਂ ਦੇ ਮਾਮਲੇ ਦੇਖੇ ਹੋਣੇ ਕਿ ਆਸੜੇ ਕਰਦੇ ਮੈਂ ਆਪਣੀ ਗੱਲ ਕਹਿ ਲਈ ਹੈ। ਅੱਜ ਮੈਂ ਬਿਜਲੀ ਦੇ ਬਿਨਾਂ ਤੱਕ ਸੀਮਤ ਹੈ, ਲੇਕਿਨ ਇਹ ਇੱਕ ਰਾਹਤ ਦਿੱਤੀ ਹੈ ਜਿਹੜੀ ਕਿ ਆਮ ਗਰੀਬ ਆਦਮੀ ਨੂੰ ਔਰ ਮਿਡਲ ਕਲਾਸ ਦੇ ਲੋਕਾਂ ਨੂੰ ਜ਼ਰੂਰੀ ਸੀ। ਉਹਨਾਂ ਦੇ ਬਿਜਲੀ ਦੇ ਬਿੱਲ ਘੱਟ ਹੋ ਰਹੇ। ਬਿਜਲੀ ਦੇ ਬਾਰੇ ਚ ਮੈਂ ਫਿਰ 2-3 ਦਿਨਾਂ ਦੇ ਬਾਅਦ ਤੁਹਾਡੇ ਨਾਲ ਫਿਰ ਮੁਖਾਤਬ ਹੋਊਂਗਾ ਕਿ ਕਿਸ ਤਰੀਕੇ ਦੇ सर नवजोत सिंह सिद्धू जी के बारे में काम चल रही है। इस्तीफा दिया, उन्होंने नाराजगी जाहिर की है। मोहित उन्होंने इस्तीफा दिया है और उन्होंने अपना एक वीडियो जारी किया है, उसमें कहीं ना कहीं आपके ऊपर निशाना साधा है कि आपने एडवोकेट जनरल, डीजीपी और जो मंत्री हैं दागी, वो आपने अपनी कैबिनेट में शामिल किए और आप ऐसे अफसरों को लगा रहे हैं जिनका इतिहास भी कहीं ना कहीं दागी है। इस बात को लेकर नाराजगी जाहिर करते हुए उन्हें इस्तीफा दे दिया है। इस्तीफे की कॉपी सोनिया गांधी को भेजी है और बाकायदा ट्विटर पर लाइव होकर उन्होंने अपना वीडियो भी जारी किया है। और डीजी ਨੂੰ ਸਿੱਧੇ ਤੌਰ ਤੇ ਇਤਰਾਜ਼ ਆ। ਦੇਖੋ ਜਿਹੜਾ ਪ੍ਰਧਾਨ ਹੁੰਦਾ ਹੈ ਉਹ हिंदी में बोल दो सर, लाइव नेशनल जो प्रधान होता है पार्टी का वो हेड होता है, तो हेड ने परिवार में बैठकर अपनी मजबूती से बात रखकर अपनी बातों को आगे लेकर आना होता है। तो मैंने आज भी सिद्धू साहब से टेलीफोन पे बात की है कि पार्टी सुप्रीम होती है, सरकार पार्टी की आइडियोलॉजी को मानती है और उसके ऊपर चलती है। आप आओ, बैठकर बात करो, किस तरीके से आपको कोई गलतियां लग रही हैं वो पहले भी आप कर सकते थे, आप ही आप कर सकते हो। कोई बंदे सर दो लगाए अपने, कोई 2 मेंबर थे बात करने के लिए उनसे बिहाफ ऑफ द चीफ मिनिस्टर चन्नी साहब के बिहाफ पर उनको बात करने के लिए 2 बंदों की कहीं ड्यूटी लगाई है, या प्रगट सिंह या सिंगला साहब कई मंत्री साहब पर गए थे, आज या कल बात हो जाएगी, बैठकर इंगेजमेंट कर रहे हैं। ਤੁਹਾਡਾ ਫਲੋ ਰੁਕਦਾ ये तरीका आपके पास हमेशा रास्ते खुले, आप कह रहे हैं कि मैंने फोन पे बात की, लेकिन इस तरह से इस्तीफा देना और उसके बाद वो भी आपसे बात करते, पार्टी अध्यक्ष है, आप चीफ मिनिस्टर हैं, आपको अपनी बात के नुकसान पहुंचाने की कोशिश नहीं है। नहीं कोई कोशिश नहीं है, इंटेंशनल कोई कोशिश नहीं है। वो उनको उनके साथ बात करेंगे बैठकर, जो भी बात होने वाली होगी। क्या यस मैन बना के रखना चाहते हैं? आज रजिया सुल्ताना सर मीटिंग नहीं आ सके। ਸੀਐਮ ਬਣਨ ਤੋਂ ਬਾਅਦ ਜੋ ਇੱਕ ਮਾਹੌਲ ਪੰਜਾਬ ਦਾ ਬਣਿਆ ਸੀ ਕਿ ਹਾਂ ਚਲੋ ਬੜਾ ਚੰਗਾ ਹੋ ਰਿਹਾ, ਉਹ ਤਾਂ ਸਾਰਾ ਖਤਮ ਹੋ ਗਿਆ ਇੱਕ ਦਿਨ ਦੇ ਅੰਦਰ। ਕੁਛ ਨਹੀਂ ਕਰਦਾ, ਉਹ ਤੁਸੀਂ ਮਹਿਸੂਸ ਕਰਦੇ ਹੋ ਕਿ ਨਹੀਂ ਕਰਦੇ? ਸਿੱਧੂ ਸਾਹਿਬ ਦਾ ਇੱਕ ਢੰਗ ਠੀਕ ਹੈ, ਤੁਹਾਨੂੰ ਇਸ ਢੰਗ ਨਾਲ ਕਹਿਣਾ मैं ਠੀਕ ਹੈ। स्टेटमेंट नहीं करना चाहता, लेकिन ਉਹਨਾਂ ਦਾ ਰਿਸਪੌਂਸ ਕੀ ਸੀ? पंजाब दे लोकां दे मसलियां तो मैं छिड़कना नहीं है। ਸਿੱਧੂ ਸਾਹਿਬ ਦਾ ਨਹੀਂ, ਰਿਸਪੌਂਸ ਜਦੋਂ ਤੁਸੀਂ ਸੀਐਮ ਸਾਹਿਬ ਗੱਲ ਕੀਤੀ ਉਹਨਾਂ ਨਾਲ, ਉਹਨਾਂ ਦਾ ਕੀ ਰਿਸਪੌਂਸ ਸੀ? उन्होंने कहा आप बैठ के गल कर लांगे, लेकिन मैं उन्होंने मैंने ये भी किया कि मैं तुहानू टाइम देवांगा। ਏਪੀਐਸ ਜੋਲ ਬਾਰੇ ਵੀ ਕੋਈ ਰੌਲਾ ਉਹਨਾਂ ਨੂੰ ਕਹਿ ਜਾ ਰਿਹਾ? देखो गल ये है कि एक स्पेशल प्रोसिक्यूटर ऐसी बहुत तगड़ा वकील और ਉਹਦੇ ਨਾਲ ਕੋਈ 10 ਬੰਦਿਆਂ ਦੀ ਹੋਰ ਟੀਮ
ਲੱਭ ਰਹੇ ਆ ਜਿਹੜੇ ਸਾਡੇ ਇੰਪੋਰਟੈਂਟ ਮੈਸੇਜ ਉਹ ਹੈਗੇ ਆ मामले ਕੇਸ ਹੈ ਮਾਮਲੇ ਹੈ ਉਹਨਾਂ ਵਾਸਤੇ ਪੇਸ਼ ਹੋਣ ਵਾਸਤੇ ਚੰਨੀ ਜੀ ਇੱਕ ਜਿਹੜੇ ਸਪੈਸ਼ਲ ਟੀਮ ਇੱਕ ਸਪੈਸ਼ਲ ਪ੍ਰੋਸੀਕਿਊਟਰ ਲੱਗੇਗਾ ਉਹਦੇ ਅੰਡਰ ਚੱਲੇਗੀ। ਇਸ ਕਰਕੇ ਕਿਸੇ ਤਰ੍ਹਾਂ ਦੇ ਸ਼ੰਕੇ ਸ਼ੁਬਾ ਐਟਲੀਸਟ ਮੇਰੇ ਤੇ ਤੁਹਾਨੂੰ ਲੋਕਾਂ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਨਹੀਂ ਹੋਣੇ ਚਾਹੀਦੇ। ਪਾਰਦਰਸ਼ੀ ਸਾਰਾ ਕੁਝ ਕੰਮ ਹੋਏਗਾ। ਜੋ ਸਾਡੇ ਕੁਲੀਗਸ ਨੇ ਯਾਰ ਹੋਰ ਜਿੱਥੇ ਸਾਨੂੰ ਫੀਡਬੈਕ ਮਿਲੀ ਕਿਹੜੇ ਲੱਗਣੇ ਚਾਹੀਦੇ ਸੀ ਲਗਾਏ, ਲੇਕਿਨ ਪੰਜਾਬ ਦੇ ਲੋਕਾਂ ਦੇ ਅਨੁਸਾਰ ਹੀ ਫੈਸਲੇ ਹੋਣੇ। ਜੇ ਕਿਸੇ ਨੂੰ ਲੱਗੇਗਾ ਇਹ ਨਹੀਂ ਲਾ ਇਹਨੂੰ ਲਾ, ਮੈਨੂੰ ਕੋਈ ਇਤਰਾਜ਼ ਨਹੀਂ ਹੈ, ਮੇਰੀ ਕੋਈ ਈਗੋ ਨਹੀਂ ਹੈ ਕਿਸੇ ਵੀ ਗੱਲ ਦੇ ਵਿੱਚ। ਮੈਂ ਬਿਲਕੁਲ ਕਲੀਅਰ ਹੈ। ਜਿਸ ਗੱਲ ਦੇ ਨਾਲ ਲੋਕਾਂ ਦੇ ਵਿੱਚ ਕੋਈ ਦੰਦ ਚਰਚਾ ਗਲਤ ਜਾਂਦੀ ਹੈ, ਮੈਂ ਉਸ ਗੱਲ ਤੋਂ ਕਦੇ ਕੋਈ ਵਜੀਦ ਨਹੀਂ ਹੋਣ ਨੂੰ ਤਿਆਰ। ਹਾਂ, ਲੇਕਿਨ ਮੇਰੇ ਜੋ ਮਸਲੇ ਪੰਜਾਬ ਦੇ ਲੋਕਾਂ ਦੇ ਜਿਨ੍ਹਾਂ ਵਾਸਤੇ ਮੈਂ ਲੜਾਈ ਕਰਦਾ ਆ ਰਿਹਾ, ਮੈਂ ਉਹ ਲੜਾਈ ਤੋਂ ਪਿੱਛੇ ਨਹੀਂ ਹਟਾਂਗਾ। ਇੱਕ ਇੰਚ ਵੀ ਗੁਰੂ ਦੇ ਘਰ ਦੇ ਪਿੱਛੇ ਨਹੀਂ ਹਟਾਂਗਾ। ਕਿਸੇ ਤਰ੍ਹਾਂ ਦੀ ਗਰਦਾਰੀ ਜਾਂ ਕਿਸੇ ਤਰ੍ਹਾਂ ਦੀ ਬੇਈਮਾਨੀ ਜਾਂ ਕਿਸੇ ਤਰ੍ਹਾਂ ਦੀ ਕਰਪਸ਼ਨ ਜਿੰਨੇ ਦੇਰ ਮੈਂ ਮੁੱਖ ਮੰਤਰੀਆਂ ਨਹੀਂ ਹੋਏਗੀ, ਇਹ ਮੈਂ ਬਿਲਕੁਲ ਤੁਹਾਨੂੰ ਵਿਸ਼ਵਾਸ ਸਰ ਦਿੰਦਾ। ਇਹ ਬੰਦਾ ਚੰਨੀ ਸਾਹਿਬ ਨਹੀਂ ਚੰਨੀ ਸਾਹਿਬ